ਹਾਲੇਲੂਇਆ। ਧੰਨਵਾਦ, 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 ਧੰਨਵਾਦ ਪਰਮੇਸ਼ਰ ਤੇਰਾ ਧੰਨਵਾਦ। ਅਲਫਾ ਤੇ ਮੇਗਾ ਤੇਰਾ ਧੰਨਵਾਦ ਹੋ, ਆਦਿ ਤੇ ਅੰਤ ਤੇਰਾ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਨਵਾਦ, 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 ਧੰਨਵਾਦ ਹੋ, ਧੰਨਵਾਦ ਪਿਤਾ ਤੇਰਾ ਧੰਨਵਾਦ, ਤੇਰਾ ਧੰਨਵਾਦ। ਕਿਰਪਾ ਕਰੋ, ਦਇਆ ਕਰੋ ਮੇਰੇ ਪਿਤਾ ਜੀ। ਸਵਰਗੀ ਦੂਤਾਂ ਨੂੰ ਮੇਰੇ ਪਰਮੇਸ਼ਰ ਦਾਤਾ ਦਇਆ ਕਰਕੇ ਸਵਰਗੀ ਦੂਤਾਂ ਨੂੰ ਸਾਡੇ ਸੇਵਾ ਲਈ ਭੇਜ ਦਿਓ, ਜਿਨ੍ਹਾਂ ਨੇ ਗੀਤ ਗਾਉਣਾ ਆ ਮੇਰੇ ਪਾਪਾ, ਜਿਨ੍ਹਾਂ ਨੇ ਬੋਲਣਾ ਆ ਮੇਰੇ ਪਾਪਾ। ਦਇਆ ਕਰੋ, ਮਿਹਰ ਕਰੋ। ਜੋ ਕੁਛ ਹੈਗਾ ਤੂੰ ਹੀ ਤੂੰ, ਤੂੰ ਹੀ ਤੂੰ ਮੇਰੇ ਪਿਤਾ, ਤੂੰ ਹੀ ਤੂੰ। ਤੇਰਾ ਧੰਨਵਾਦ ਕਰਦੇ, ਤੇਰਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਅੱਗ ਦੀਆਂ ਭੱਠੀਆਂ 'ਚੋਂ ਕੱਢ ਲਿਆ, ਜਿੱਥੋਂ ਲਾਵਾ ਠੰਡਾ ਨਹੀਂ ਹੁੰਦਾ ਉੱਥੋਂ ਕੱਢ ਲਿਆ, ਜਿੱਥੋਂ ਕੀੜੇ ਮਰਦੇ ਨਹੀਂ ਉੱਥੋਂ ਖਿੱਚ ਲਿਆ, ਜਿੱਥੋਂ ਅੱਗ ਬੁਝਦੀ ਨਹੀਂ ਉੱਥੋਂ ਸਾਨੂੰ ਕੱਢ ਲਿਆ ਮੇਰੇ ਪਿਤਾ। ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਇੱਥੋਂ ਤੱਕ ਤੂੰ ਮੇਰੇ ਪਰਮਿਤਾ ਸਾਨੂੰ ਰੁਲਦਿਆਂ ਨੂੰ ਰੂੜੀਆਂ ਤੋਂ ਚੁੱਕ ਕੇ ਪਤਵੰਤੇ ਸੱਜਣਾ ਵਿੱਚ ਬਿਠਾ ਲਿਆ। ਹਾਲੇਲੂਇਆ। ਸਾਨੂੰ ਆਪਣੀ ਬੁਲਾਹਟ ਦੇ ਦਿੱਤੀ, ਸਾਨੂੰ ਆਪਣੀ ਪਛਾਣ ਦੇ ਦਿੱਤੀ। ਇਹ ਮੇਰੇ ਪਿਤਾ ਤੇਰਾ ਧੰਨਵਾਦ। ਇਹ ਮੇਰੇ ਪਾਪਾ ਤੇਰਾ ਧੰਨਵਾਦ। ਇਹ ਮੇਰੇ ਸਵਰਗੀ ਦਾਤਾ ਤੇਰਾ ਧੰਨਵਾਦ। ਅਲਫਾ ਤੇ ਮੇਗਾ ਤੇਰਾ ਧੰਨਵਾਦ, ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ। ਹਾਲੇਲੂਇਆ, 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 ਹਾਲੇਲੂਇਆ। ਮੈਂ ਪ੍ਰਭੂ ਤੇਰਾ ਧੰਨਵਾਦ ਕਰਦੀ ਹਾਂ, ਸ਼ੁਕਰ ਕਰਦੀ ਹਾਂ ਮੇਰੇ ਪਿਤਾ। ਇਹ ਇੱਕ ਤੇਰਾ ਬਣਾਇਆ ਹੋਇਆ ਮਿੱਟੀ ਦਾ ਬਾਵਾ ਆ, ਕਲਬੂਤ ਆ ਮੇਰੇ ਪਾਪਾ। ਇਹਦੇ ਵਿੱਚ ਤੂੰ ਬੋਲਦਾ ਆ ਮੇਰੇ ਦਾਤਿਆ। ਇਹ ਤਾਂ ਮਿੱਟੀ ਦਾ ਖਿਲਾਉਣਾ ਆ ਤੇਰਾ। ਇਹ ਮੇਰੇ ਪਿਤਾ ਤੇਰਾ ਧੰਨਵਾਦ। ਹੋ ਮਿੱਟੀ ਦੇ ਖਿਲਾਉਣਾ, ਮਿੱਟੀ ਦਿਆ ਬਾਵਿਆ, ਮਿੱਟੀ ਦਿਆ ਬਾਵਿਆ, ਤੂੰ ਮਿੱਟੀ 'ਚ ਮੁੜ ਜਾਣਾ। ਮਿੱਟੀ ਦਿਆ ਬਾਵਿਆ, ਤੂੰ ਮਿੱਟੀ 'ਚ ਮੁੜ ਜਾਣਾ। ਤੇ ਕਾਹਦਾ ਤੂੰ ਗੁਮਾਨ ਕਰਦਾ ਇੱਕ ਸਾਹ ਦਾ ਪਰਾਉਣਾ। ਓਏ ਕਾਹਦਾ ਤੂੰ ਗੁਮਾਨ ਕਰਦਾ ਇੱਕ ਸਾਹ ਦਾ ਪਰਾਉਣਾ, ਇੱਕ ਸਾਹ ਦਾ ਪਰਾਉਣਾ। ਇੱਕ ਸਕਿੰਟ ਦੇ ਅੰਦਰ ਛੱਡ ਜਾਸੀ ਲੱਖ ਕਰੋੜ। ਇੱਕ ਸਕਿੰਟ ਦੇ ਅੰਦਰ ਸਭ ਕੁਛ ਪਰਾਇਆ, ਸਭ ਕੁਛ ਹੋ ਗਿਆ ਬੇਗਾਨਾ। ਇੱਕ ਸਕਿੰਟ ਦੇ ਅੰਦਰ ਜਦੋਂ ਸਾਹ ਆਇਆ ਅਖੀਰਲਾ ਮਿੱਟੀ ਦਿਆ ਬਾਵਿਆ, ਤੂੰ ਬਸ ਐਨਾ ਆ। ਜਦ ਤੂੰ ਸਮਝ ਲਏਗਾ ਮੈਂ ਇੰਨੀ ਆ, ਇਹੋ ਹੀ ਮੇਰੀ ਔਕਾਤ ਆ, ਤੇ ਫਿਰ ਕਾਹਦਾ ਮਾਣ, ਕਾਹਦਾ ਹੰਕਾਰ, ਕਾਹਦੀ ਮੈਂ, ਕਾਹਦੀ ਮਾਰ ਮਾਰ, ਕਾਹਦੀ ਬਸ ਬਸ ਤੇਰੇ ਅੰਦਰ ਜਿਹੜੀ ਫੂੰ ਫੂੰ ਕਰਦੀ ਆ। ਕਿਉਂ ਹੋਵੇ ਤੇਰੇ ਅੰਦਰ, ਕਿਉਂ ਨਾ ਬੰਦਿਆ ਫਿਰ ਪਿਆਰ ਬਸ ਜਾਵੇ, ਜੇ ਤੇਰੇ ਅੰਦਰ ਇਹ ਸੋਝੀ ਪੈ ਜਾਵੇ। ਪ੍ਰਭੂ ਜੀ ਦਇਆ ਕਰੋ। ਹੇ ਮੇਰੇ ਪਿਤਾ ਸਾਡੇ 'ਤੇ ਕਿਰਪਾ ਕਰੋ। ਸਾਨੂੰ ਚੰਗੀ ਮੱਤ ਦੇਵੋ, ਚੰਗੀ ਬੁੱਧੀ ਦੇਵੋ, ਚੰਗਾ ਮਨ ਦੇਵੋ, ਚੰਗੀ ਸੋਚ ਦਿਓ, ਜਿਹਦੇ ਨਾਲ ਮੇਰੇ ਪਿਤਾ ਅਸੀਂ ਤੇਰੇ ਪਿੱਛੇ ਪਿੱਛੇ ਕਦਮਾਂ ਦੇ ਚੱਲ ਸਕੀਏ। ਅਸੀਂ ਤੇਰੇ ਪਿੱਛੇ ਪਿੱਛੇ ਕਦਮਾਂ 'ਤੇ ਚੱਲ ਸਕੀਏ, ਪਿੱਛੇ ਪਿੱਛੇ ਤੁਰ ਸਕੀਏ ਮੇਰੇ ਪਿਤਾ। ਸਾਨੂੰ ਮੰਗਣਾ ਸਿਖਾਓ, ਸਾਨੂੰ ਬੋਲਣਾ ਸਿਖਾਓ, ਸਾਨੂੰ ਆਪਣੇ ਕਦਮਾਂ ਉੱਤੇ ਚੱਲਣਾ ਸਿਖਾਓ ਮੇਰੇ ਪਿਤਾ। ਤੇਰਾ ਧੰਨਵਾਦ ਕਰਦੇ ਹਾਂ ਔਰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਔਰ ਪਾ ਲੈਂਦੇ ਹਾਂ। ਹਾਲੇਲੂਇਆ। ਧੰਨਵਾਦ, ਧੰਨਵਾਦ, ਧੰਨਵਾਦ। ਛੋਟਾ ਜਿਹਾ ਆਪਾਂ ਗੀਤ ਗਾ ਕੇ ਤੇ ਫਿਰ ਆਪਾਂ ਜੋ ਪ੍ਰਭੂ ਬੁਲਾਵੇ ਸੋ ਬੋਲਾਂਗੇ। ਹੇ ਪਿਤਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਮੇਰਾ ਪਰਮੇਸ਼ਰ ਧਰਤੀ ਉੱਤੇ ਹਾਲੇਲੂਇਆ ਸਵਰਗਾਂ ਨੂੰ ਛੱਡ ਕੇ ਸਾਡੇ ਵਾਸਤੇ ਧਰਤੀ ਦੇ ਉੱਤੇ ਆ ਗਿਆ। ਸਵਰਗਾਂ ਨੂੰ ਛੱਡ ਕੇ ਸਾਡੇ ਲਈ ਧਰਤੀ ਉੱਤੇ ਆ ਗਿਆ। ਜਦੋਂ ਦੇਖਿਆ ਕਿ ਸਾਡੀ ਹਾਲਤ ਕੀ ਹੋ ਰਹੀ ਆ, ਜਦੋਂ ਦੇਖਿਆ ਕਿ ਮੇਰੇ ਬੱਚਿਆਂ ਦਾ ਹੁਣ ਕੋਈ ਚਾਰਾ ਨਹੀਂ ਰਹਿ ਗਿਆ, ਕੋਈ ਵਸੇਬਾ ਨਹੀਂ ਰਹਿ ਗਿਆ, ਕੋਈ ਬਚਣ ਦਾ ਢੰਗ ਨਹੀਂ ਦਿਸਦਾ, ਬੱਸੋਂ ਬਾਹਰੀ ਗੱਲ ਬੀਤ ਗਈ ਆ, ਤਾਂ ਫਿਰ ਪਿਤਾ ਤੂੰ ਆਪ ਧਰਤੀ ਦੇ ਉੱਤੇ
ਸਰੀਰ ਰੂਪੀ ਧਾਰਨ, ਆਪਣਾ ਸਰੀਰ ਧਾਰਨ ਕਰਕੇ ਆਦਮਾਂ ਵਾਲਾ, ਮਨੁੱਖਾਂ ਵਾਲਾ, ਕਿਉਂਕਿ ਤੂੰ ਸਾਡੇ ਨਾਲ ਤਾਂ ਹੀ ਮਿਲ ਸਕਦਾ ਸੀ ਜੇ ਸਾਡੇ ਵਰਗਾ ਬਣ ਕੇ ਆਵੇਂ। ਤੂੰ ਸਾਡੇ ਵਰਗਾ ਹੀ ਬਣ ਕੇ ਸਾਡੇ ਵਾਸਤੇ ਆ ਗਿਆ। ਇਹ ਮੇਰੇ ਪਿਤਾ, ਤੇਰਾ ਧੰਨਵਾਦ, ਧੰਨਵਾਦ, ਤੇਰਾ ਧੰਨਵਾਦ, ਧੰਨਵਾਦ। ਹਾਲੇਲੂਇਆ, ਹਾਲੇਲੂਇਆ। ਧੰਨਵਾਦ, ਧੰਨਵਾਦ ਪ੍ਰਭੂ ਜੀ। ਦਇਆ ਕਰੋ, ਮਿਹਰ ਕਰੋ ਇਸ ਛੋਟੇ ਜਿਹੇ ਗੀਤ ਦੇ ਲਈ। ਆਮੀਨ, ਆਮੀਨ। ਹੋ ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਜਨਮ ਯਿਸੂ ਜੀ ਤੂੰ ਪਾਇਆ, ਉਹ ਜਦੋਂ ਜਨਮ ਯਿਸੂ ਜੀ ਨੇ ਪਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਜਨਮ ਯਿਸੂ ਜੀ ਨੇ ਪਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਯਹੋਵਾ ਬਣ ਕੇ ਯਿਸੂ ਆਪ ਆਇਆ, ਯਹੋਵਾ ਬਣ ਕੇ ਯਿਸੂ ਜੀ ਆਪ ਆਇਆ, ਉਹ ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਜਨਮ ਯਿਸੂ ਜੀ ਨੇ ਪਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਰੱਬ ਦਾ ਬਚਨ ਸੁਣ ਹੋਸ਼ ਸਾਨੂੰ ਆ ਗਈ। ਯਿਸੂ ਦਾ ਬਚਨ ਸੁਣ ਹੋਸ਼ ਸਾਨੂੰ ਆ ਗਈ। ਉਹਦੀ ਸੱਚੀ ਬਾਣੀ ਸਾਡੇ ਰੋਮ ਰੋਮ ਛਾ ਗਈ। ਉਹਦੀ ਸੱਚੀ ਬਾਣੀ ਸਾਡੇ ਰੋਮ ਰੋਮ ਛਾ ਗਈ। ਅਸੀਂ ਧੰਨਵਾਦ, ਅਸੀਂ ਧੰਨਵਾਦ, ਅਸੀਂ ਧੰਨਵਾਦ ਕਰੀਏ ਤੇਰਾ। ਅਸੀਂ ਧੰਨਵਾਦ ਕਰੀਏ ਤੇਰਾ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਜਨਮ ਯਿਸੂ ਨੇ ਪਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਯਹੋਵਾ ਬਣ ਕੇ ਯਿਸੂ ਜੀ ਆਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਦੂਤਾਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ। ਦੂਤਾਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ। ਦੂਤਾਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ। ਦੂਰ ਹੋਇਆ ਦੁਨੀਆ 'ਚੋਂ ਹਨੇਰਾ, ਉਹ ਦੂਰ ਹੋਇਆ ਦਿਲਾਂ ਵਿੱਚੋਂ ਸੀ ਹਨੇਰਾ। ਉਹ ਦੂਰ ਹੋਇਆ ਦੁਨੀਆ ਵਿੱਚੋਂ ਸੀ ਹਨੇਰਾ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਤੂੰ ਤੇ ਖੁਰਲੀ 'ਚ ਲਾ ਲਿਆ ਡੇਰਾ, ਤੂੰ ਤੇ ਖੁਰਲੀ 'ਚ ਲਾ ਲਿਆ ਡੇਰਾ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਤੂੰ ਤੇ ਖੁਰਲੀ 'ਚ ਲਾ ਲਿਆ ਡੇਰਾ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ ਸੁਣਿਆ ਕਲਾਮ ਯਿਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਦੂਤਾਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ। ਦੂਤਾਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ। ਦੂਤ ਲੈ ਕੇ ਲੁਬਾਨ ਉੱਤਰ ਧਰਤੀ ਉੱਤੇ ਆਏ। ਦੂਤ ਲੈ ਕੇ ਲੁਬਾਨ ਉੱਤਰ ਧਰਤੀ ਉੱਤੇ ਆਏ। ਧਰਤੀ ਉੱਤੇ ਆਏ। ਜਿਹੜੀ ਖੁਰਲੀ 'ਚ ਲਾਇਆ ਸੀ ਤੂੰ ਡੇਰਾ, ਉਹ ਜਿਹੜੀ ਖੁਰਲੀ 'ਚ ਲਾਇਆ ਸੀ ਤੂੰ ਡੇਰਾ। ਅੱਖਾਂ ਤੋਂ ਮੇਰੀ ਪੱਟੀ ਖੁੱਲ੍ਹ ਗਈ। ਜਦੋਂ
ਸੁਣਿਆ ਕਲਾਮ ਜਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਹੋਇਆ ਦਿਲ ਵਾਲਾ ਦੂਰ ਹਨੇਰਾ, ਹੋਇਆ ਦਿਲ ਵਾਲਾ ਦੂਰ ਹਨੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਜਦੋਂ ਸੁਣਿਆ ਕਲਾਮ ਜਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਜਬੂਹਾ ਬਣ ਕੇ ਜਸੂ ਜੀ ਆਇਆ, ਜਬੂਹਾ ਬਣ ਕੇ ਜਸੂ ਜੀ ਆਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਜਦੋਂ ਜਦੋਂ ਬਚਨ ਤੂੰ ਸਾਨੂੰ ਸੁਣਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਜਦੋਂ ਬਚਨ ਤੂੰ ਸਾਨੂੰ ਸੁਣਾਇਆ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਨਸ਼ਿਆਂ ਨੇ ਕੀਤਾ ਚੰਗੀ ਤਰ੍ਹਾਂ ਬਰਬਾਦ ਸੀ, ਨਸ਼ਿਆਂ ਨੇ ਕੀਤਾ ਚੰਗੀ ਤਰ੍ਹਾਂ ਬਰਬਾਦ ਸੀ। ਦਿਲ ਵੀ ਖਰਾਬ ਸਾਡਾ, ਘਰ ਵੀ ਖਰਾਬ ਸੀ, ਦਿਲ ਵੀ ਖਰਾਬ ਸਾਡਾ, ਘਰ ਵੀ ਖਰਾਬ ਸੀ। ਸ਼ੈਤਾਨ ਪੱਕਾ ਲਾਈ ਬੈਠਾ ਸੀਗਾ ਡੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਜਦੋਂ ਸੁਣਿਆ ਕਲਾਮ ਜਸੂ ਤੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਤੂੰ ਤੇ ਖੁਰਲੀ 'ਚ ਲਾ ਲਿਆ ਡੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਤੂੰ ਤੇ ਖੁਰਲੀ 'ਚ ਲਾ ਲਿਆ ਡੇਰਾ, ਅੱਖਾਂ ਤੋਂ ਮੇਰੀ ਪੱਟੀ ਖੁੱਲ ਗਈ। ਆਮੀਨ ਆਮੀਨ ਆਮੀਨ। ਹੇ ਪਿਤਾ, ਹੇ ਪਿਤਾ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਅੱਖਾਂ ਤੋਂ ਪੱਟੀਆਂ ਖੋਲ੍ਹਣ ਵਾਲਿਆ, ਉਹ ਮੇਰੇ ਮਾਲਕਾ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਹੇ ਮੇਰੇ ਪਿਤਾ, ਤੇਰੇ ਬਚਨ ਦੇ ਵਿੱਚ ਲਿਖਿਆ ਹੋਇਆ ਅਫਸੀਆ 6 ਦੇ ਵਿੱਚ ਕਿ ਪਰਮੇਸ਼ਰ ਦੇ ਭਾਣੇ ਵਿੱਚ ਚੱਲੋ, ਪਰਮੇਸ਼ਰ ਦੇ ਭਾਣੇ ਵਿੱਚ ਚੱਲ ਕੇ, ਹੁਕਮਾਂ ਵਿੱਚ ਚੱਲ ਕੇ ਤੁਸੀਂ ਦੁਸ਼ਟ ਦੇ ਅਗਨਵਾਣਾਂ ਨੂੰ ਬੁਝਾ ਸਕੋਗੇ, ਤੁਸੀਂ ਦੁਸ਼ਟ ਦੇ ਅਗਨਵਾਣਾਂ ਦਾ ਸਾਹਮਣਾ ਕਰ ਸਕੋਗੇ। ਹੇ ਮੇਰੇ ਪਿਤਾ, ਤੇਰੇ ਅੱਗੇ ਬੇਨਤੀ ਕਰਦੇ ਹਾਂ, ਸ਼ੁਕਰ ਕਰਦੇ ਹਾਂ ਤੇਰਾ, ਤੂੰ ਸਾਡੇ ਉੱਤੇ ਤਰਸ ਕਰ ਲਿਆ, ਸਾਡੇ ਉੱਤੇ ਤਰਸ ਕਰ ਲਿਆ ਮੇਰੇ ਪਿਤਾ। ਤੇਰਾ ਧੰਨਵਾਦ, ਤੇਰਾ ਧੰਨਵਾਦ। ਅਫਸੀਆ 6 ਦੇ ਵਿੱਚ ਤੁਸੀਂ ਕਿਹਾ, ਪਹਿਲਾ ਹੁਕਮ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ, ਆਗਿਆਂ ਦਾ ਪਾਲਣ ਕਰੋ, ਆਪਣੇ ਮਾਂ ਪਿਓ ਦੀ ਇੱਜ਼ਤ ਤੇ ਪੂਰਾ ਮਾਣ ਕਰੋ। ਇਹ ਇੱਕ ਹਥਿਆਰ ਆ ਸਾਡੇ ਵਾਸਤੇ, ਹਥਿਆਰ, ਇਹ ਵੀ ਪਰਮੇਸ਼ਰ ਦੇ ਹਥਿਆਰ ਆ ਸਾਡੇ ਲਈ। ਫਿਰ ਕਿਹਾ, ਹੇ ਪਿਤਾਓ, ਭਾਵ ਕਿ ਹੇ ਮਾਪਿਓ, ਤੁਸੀਂ ਵੀ ਆਪਣੇ ਬੱਚਿਆਂ ਦਾ ਕ੍ਰੋਧ ਨਾ ਭੜਕਾਓ। ਕਈ ਵਾਰੀ ਮਾਪੇ ਵੀ ਆਪਣੇ ਬੱਚਿਆਂ ਦਾ ਕ੍ਰੋਧ ਭੜਕਾ ਕੇ ਕ੍ਰੋਧ ਉਹਨਾਂ ਨੂੰ ਕਰ ਦਿੰਦੇ ਆ, ਆਪ ਵੀ ਮੂੰਹ ਤੋਂ ਬੋਲ ਕਬੋਲ ਬੋਲਦੇ ਰਹਿੰਦੇ ਆ, ਔਰ ਬੱਚੇ ਉਹਨਾਂ ਨੂੰ ਬੋਲਦੇ ਰਹਿੰਦੇ ਆ, ਔਰ ਦੋਨਾਂ ਧਿਰਾਂ ਤੋਂ ਸਰਾਫਿਤ ਹੁੰਦੇ ਰਹਿੰਦੇ ਆ। ਅਤੇ ਜਦੋਂ ਇਸ ਤਰ੍ਹਾਂ ਸਰਾਫਿਤ ਹੋ ਜਾਂਦੇ ਆ, ਅਤੇ ਫਿਰ ਉਹਨਾਂ ਦਾ ਸਰਾਫ ਉਹਨਾਂ ਨੂੰ ਆਣ ਚਿੰਬੜਦਾ ਆ, ਭਾਵੇਂ ਉਹ ਜਿੰਨੇ ਮਰਜ਼ੀ ਪ੍ਰਭੂ ਦੇ ਬਚਨ ਨੂੰ ਪੜ੍ਹਦੇ ਅਤੇ ਸੁਣਦੇ ਹੋਣ। ਕਿਉਂਕਿ ਪ੍ਰਭੂ ਜੀ ਨੇ ਕਿਹਾ ਸੀ ਕਿ ਐਬਰਾਹਿਮ ਦੀ ਅੰਸ ਉੱਤੇ ਕੋਈ ਵੀ, ਐਬਰਾਹਿਮ ਦੇ ਯਾਕੂਬ ਦੇ ਘਰਾਣੇ ਨੂੰ ਕੋਈ ਸਰਾਫ ਨਹੀਂ ਦੇ ਸਕੂਗਾ, ਨਾ ਯਾਕੂਬ ਦੇ ਘਰਾਣੇ 'ਤੇ ਕੋਈ ਜਾਦੂ, ਨਾ ਟੂਣਾ, ਨਾ ਕੋਈ ਫਾਲ ਭਾਵੇਂ ਸਰਾਫ ਨਹੀਂ ਚੱਲੂਗਾ, ਜਿੰਨਾ ਚਿਕਰ ਉਹ ਮੇਰੇ ਆਗਿਆਕਾਰੀ ਵਿੱਚ ਬੱਚਾ, ਯਾਕੂਬ ਦਾ ਘਰਾਣਾ ਇਜ਼ਰਾਈਲ ਮੇਰੇ ਆਗਿਆਕਾਰੀ ਹੋਊਗਾ, ਮੇਰੇ ਹੁਕਮਾਂ 'ਤੇ ਚੱਲੂਗਾ, ਤਾਂ ਫਿਰ ਉਹਦੇ ਉੱਤੇ ਕੋਈ ਵੀ ਕਿਸੇ ਦਾ ਸਰਾਫ ਨਹੀਂ ਚੱਲੂਗਾ, ਹਾਵੀ ਨਹੀਂ ਹੋ ਸਕੂਗਾ। ਪਰ ਜੇ ਉਹ ਆਪਣੇ ਆਪ ਨੂੰ ਹੀ ਦੇਈ ਜਾਵੇ ਤਾਂ ਉਹਦੇ 'ਤੇ ਹਾਵੀ ਹੋਊਗਾ। ਜਿੱਦਾਂ ਪਤਰਸ ਨੇ ਆਪਣੇ ਆਪ ਨੂੰ ਆਪਣੇ ਮੁਖ ਤੋਂ ਕਹਿ ਲਿਆ ਕਿ ਮੈਂ ਤਾਂ ਪ੍ਰਭੂ ਨੂੰ ਨਹੀਂ ਜਾਣਦਾ, 3 ਵਾਰੀ ਕਿਹਾ ਅਤੇ ਸਰਾਫ ਆਪਣੇ ਉੱਤੇ ਪਾ ਲਿਆ। ਜਦੋਂ ਪ੍ਰਭੂ ਜੀ ਧਰਤੀ ਵਿੱਚੋਂ ਪ੍ਰਗਟ ਹੋਏ
ਤੇ ਉਸ ਵੇਲੇ ਪ੍ਰਭੂ ਜੀ ਨੇ ਉਹਦੇ ਸਰਾਫ ਨੂੰ ਉਹਦੇ ਕੋਲੋਂ ਬੋਲ ਕੇ ਉਤਰਾਇਆ, ਲੁਹਾਇਆ। ਕਿਆ ਪਤਰਸ ਤੂੰ ਮੈਨੂੰ ਪਿਆਰ ਕਰਦਾ? ਹਾਂ ਜੀ ਪ੍ਰਭੂ ਜੀ, ਬਹੁਤ ਬਹੁਤ ਪਿਆਰ ਕਰਦਾ। ਪ੍ਰਭੂ ਨੇ ਫਿਰ ਦੂਜੀ ਵਾਰੀ ਕਿਹਾ, ਪਤਰਸ ਤੂੰ ਮੈਨੂੰ ਪਿਆਰ ਕਰਦਾ? ਪਤਰਸ ਕਹਿੰਦਾ, ਪ੍ਰਭੂ ਜੀ ਮੈਂ ਬਹੁਤ ਪਿਆਰ ਕਰਦਾ। ਤੀਜੀ ਵਾਰੀ ਪ੍ਰਭੂ ਨੇ ਫਿਰ ਕਿਹਾ ਅਤੇ ਪਤਰਸ ਬਹੁਤ ਹੈਰਾਨ ਹੋ ਗਿਆ ਅਤੇ ਪਰੇਸ਼ਾਨ ਹੋ ਗਿਆ ਕਿ ਪ੍ਰਭੂ ਮੈਨੂੰ ਕਿਉਂ ਇਸ ਤਰ੍ਹਾਂ ਕਹਿੰਦਾ ਆ। ਤੀਜੀ ਵਾਰੀ ਜਦੋਂ ਤੀਸਰੀ ਵਾਰੀ ਕਿਹਾ ਅਤੇ ਉਹ ਬਹੁਤ ਗਮਗੀਨ ਹੋਇਆ। ਕਿਹਾ, ਪ੍ਰਭੂ ਜੀ ਮੈਂ ਤੁਸੀਂ ਜਾਣਦੇ ਹਾਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਅਤੇ ਇਸ ਦਾ ਮਤਲਬ ਕਿ ਪ੍ਰਭੂ ਨੇ ਉਹਦੇ 3 ਸਰਾਫ ਜਿਹੜੇ ਉਹਨਾਂ ਆਪ ਲੈ ਲਏ ਸੀ, ਉਹਨਾਂ ਨੂੰ ਕੋਈ ਨਹੀਂ ਸੀ ਤਾਰ ਸਕਦਾ ਜਿੰਨਾ ਚਿਰ ਉਹ ਆਪਣੇ ਮੂੰਹ ਤੋਂ ਆਪਣੀਆਂ ਬੋਲਾਂ ਦੇ ਨਾਲ ਨਾ ਬੋਲਦਾ ਕਿ ਮੈਂ ਪ੍ਰਭੂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਇਸ ਕਰਕੇ ਪ੍ਰਭੂ ਕਹਿੰਦਾ ਸਮਝ ਦੇ ਨਾਲ ਬੋਲੋ। ਮੈਂ ਛੁਟਕਾਰਾ ਤਾਂ ਤੁਹਾਨੂੰ ਦਵਾ ਦਿੱਤਾ, ਪਰ ਤੁਸੀਂ ਕਿਉਂ ਆਪਣੇ ਆਪ 'ਤੇ ਮੱਕੜੀਏ ਜਾਲਾ ਆਪਣਾ ਬੁਣ ਕੇ ਕਿਉਂ ਵਿੱਚ ਫਸਦੀ ਆ? ਮੱਕੜੀ ਜਾਲਾ ਬੁਣਦੀ ਆ, ਗੱਭੇ ਆਪ 4 ਚੁਫੇਰੇ ਜਾਲਾ, ਉੱਥੇ ਵਿਚਾਰੀ ਮਰ ਜਾਂਦੀ ਆ। ਇਹੋ ਹਾਲ ਸਾਡੀ ਜ਼ੁਬਾਨ ਦਾ ਆ, ਇਹੋ ਹੀ ਹਾਲ ਸਾਡੇ ਮਨ ਦਾ ਆ। ਅਸੀਂ ਜਰਾ ਨਹੀਂ ਸੋਚਦੇ ਅਤੇ ਮੂੰਹ 'ਚੋਂ ਜਿਹੜਾ ਮਰਜ਼ੀ ਬੋਲ ਕੱਢ ਦਿੰਦੇ ਹਾਂ। ਪ੍ਰਭੂ ਨੇ ਕਿਹਾ ਛੋਟੀ ਜਿਹੀ ਹੈ ਜੀਭ, ਨਰਕਾਂ ਨੂੰ ਵੀ ਲੈ ਜਾਂਦੀ ਆ ਔਰ ਸਵਰਗਾਂ ਨੂੰ ਵੀ ਲੈ ਜਾਂਦੀ ਆ, ਔਰ ਇਹਦੇ ਕੋਲੋਂ ਬਚਣਾ ਬੜਾ ਔਖਾ ਆ ਬਾਬਾ, ਬੜਾ ਔਖਾ ਆ। ਪ੍ਰਭੂ ਹੀ ਬਚਾਵੇ ਤਾਂ ਬਚ ਸਕਦਾ ਕੋਈ, ਨਹੀਂ ਤਾਂ ਇਹਦੇ ਕੋਲੋਂ ਬਚਣਾ ਕੋਈ ਖੇਡ ਨਹੀਂ। ਇਹਨੂੰ ਕੰਟਰੋਲ ਜਿਹਨੇ ਕਰ ਲਿਆ, ਪ੍ਰਭੂ ਜੀ ਕਹਿੰਦੇ ਉਹਨੇ ਆਪਣਾ ਮਨ 'ਤੇ ਜਿੱਤ ਪਾ ਲਈ। ਉਹਨੇ ਸਮਝ ਲਓ ਪ੍ਰਭੂ ਨੂੰ ਰਿਝਾ ਲਿਆ, ਜਿਹਨੇ ਇਸ ਜ਼ੁਬਾਨ ਦੇ ਉੱਤੇ ਕੰਟਰੋਲ ਕਰ ਲਿਆ। ਜਿਹਨੂੰ ਇਹ ਸਮਝ ਆ ਗਈ ਕਿ ਇਹ ਜ਼ੁਬਾਨ ਹੀ ਸਭ ਕੁਛ ਕਰਦੀ ਆ, ਜ਼ੁਬਾਨ ਤੋਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਕਿਸੇ ਨੂੰ ਬਦਦੁਆ ਨਹੀਂ ਦੇਣੀ। ਜੇ ਬਦਦੁਆ ਕਿਸੇ ਨੂੰ ਦਿੱਤੀ ਤਾਂ ਉਹ ਖੁਦ ਪਹਿਲਾਂ ਤੈਨੂੰ ਆਊਗੀ, ਕਿਉਂਕਿ ਪ੍ਰਭੂ ਫਲ ਦਿੰਦਾ ਆ। ਜੋ ਬੀਜੋਗੇ ਸੋ ਮਿਲਣਾ ਆ, ਜੋ ਬੀਜੋਗੇ ਸੋ ਤਾਂ ਮਿਲਣਾ ਆ। ਅਤੇ ਤੁਸੀਂ ਕਿਸੇ ਨੂੰ ਬਦਦੁਆ ਦਿੱਤੀ ਆ, ਸਰਾਫ ਦਿੱਤਾ, ਬੁਰਾ ਭਲਾ ਕਿਹਾ ਆ, ਤੁਹਾਡੇ ਵਾਸਤੇ ਤਾਂ ਕਈ ਗੁਣੇ ਫਲ ਮਿਲ ਗਿਆ, ਕਈ ਗੁਣੇ ਫਲ ਆ ਗਿਆ ਤੁਹਾਡੇ ਲਈ। ਤੁਸੀਂ ਸੋਚਿਆ ਮੈਂ ਦੂਜੇ ਨੂੰ ਕਿਹਾ, ਆਪਣੇ ਆਪ ਨੂੰ ਥੋੜ੍ਹੀ ਕਿਹਾ ਆ। ਉਹ ਭਲਿਆ ਲੋਕਾ, ਇਹ ਵੀ ਪ੍ਰਭੂ ਦਾ ਹੁਕਮ ਆ। ਜਿਹੜੇ ਤੈਨੂੰ ਬੁਰਾ ਭਲਾ ਕਹਿੰਦੇ ਆ ਉਹਨਾਂ ਨੂੰ ਸੀਸਾਂ ਦੇ। ਜੇ ਤੂੰ ਮੇਰੇ ਕਦਮਾਂ 'ਤੇ 10 ਹੁਕਮਾਂ 'ਤੇ ਚੱਲਣਾ ਆ ਤਾਂ ਉਹਨਾਂ ਨੂੰ ਸੀਸਾਂ ਦੇ। ਅਤੇ ਸੀਸਾਂ ਵਾਲਾ ਮਨ ਕਦੋਂ ਬਣਦਾ ਆ? ਜਦੋਂ ਤੂੰ ਪ੍ਰਭੂ ਕੋਲੋਂ ਡਰਦਾ ਆ ਅਤੇ ਪ੍ਰਭੂ ਨੂੰ ਸੱਚਾ ਪ੍ਰੇਮ ਕਰਦਾ ਆ ਅਤੇ ਕਦਮਾਂ 'ਤੇ ਚੱਲਦਾ ਆ। ਨਹੀਂ ਤਾਂ ਤੂੰ ਬਸ ਕਹਿਣਾ ਮੇਰੇ ਵਰਗਾ ਕੋਈ ਹੋਰ ਹੀ ਨਹੀਂ, ਹੋਰ ਹੋਇਆ ਹੀ ਨਹੀਂ। ਨਾ ਮੇਰੇ ਵਰਗਾ ਕੋਈ ਚੰਗਾ, ਨਾ ਮੇਰੇ ਵਰਗਾ ਕੋਈ ਸੋਹਣਾ, ਨਾ ਮੇਰੇ ਵਰਗਾ ਕੋਈ ਅਕਲ ਵਾਲਾ, ਨਾ ਮੇਰੇ ਵਰਗਾ ਕੋਈ ਕੰਮ ਕਰਨ ਵਾਲਾ ਜੋ ਮੈਂ ਕਰ ਸਕਦਾ ਹਾਂ। ਮੈਂ ਕਰਦਾ। ਤੂੰ ਬੰਦਿਆ ਜਦੋਂ ਤੇਰੇ 'ਚ ਤੂੰ ਆ ਗਈ ਉਦੋਂ ਤਾਂ ਫਿਰ ਤੂੰ ਜਦੋਂ ਬੋਲੇਗਾ ਨਾ ਉਦੋਂ ਤੇਰੇ ਅੰਦਰ ਰਾਗ ਪੈਦਾ ਹੋਣਗੇ, ਪ੍ਰਭੂ ਦੇ ਰਾਗ ਪੈਦਾ ਹੋਣਗੇ, ਤੇਰੇ ਅੰਦਰੋਂ ਪ੍ਰਭੂ ਦੇ ਅਲਾਪ ਪੈਦਾ ਹੋਣਗੇ, ਤੇਰੇ ਅੰਦਰ ਬਖਸ਼ਿਸ਼ਾਂ ਦੇ ਨੂਰ ਖਿੜ ਜਾਣਗੇ, ਤੇਰੇ ਅੰਦਰ ਚੰਬੇਲੀ ਗੁਲਾਬ ਖਿੜ ਜਾਣਗੇ, ਜਿਹੜੇ ਹਰ ਇੱਕ ਨੂੰ ਖੁਸ਼ਬੂ ਹੀ ਖੁਸ਼ਬੂ ਵੰਡੀ ਜਾਣਗੇ। ਜਦੋਂ ਤੂੰ ਕਹਿਣ ਵਿੱਚ ਆ ਗਿਆ ਕਿ ਪ੍ਰਭੂ ਤੂੰ ਜੋ ਚੰਗਾ ਕੰਮ ਕਰੇ, ਤੂੰ ਜੋ ਬੁਰਾ ਹੋਵੇ ਉਹ ਵੈਰੀ ਵੱਲੋਂ, ਉਹ ਮੇਰੇ ਵੱਲੋਂ ਮੈਂ ਘਟਾਂ ਅਤੇ ਤੂੰ ਵਧੇ। ਇਹ ਪ੍ਰਭੂ ਕੋਈ ਬੁਰਾ ਕੰਮ ਨਾ ਹੋਵੇ, ਬੁਰਾ ਬੋਲਿਆ ਨਾ ਜਾਵੇ, ਬੁਰਾ ਸੋਚਿਆ ਨਾ ਜਾਵੇ, ਬੁਰਾ ਕਿਸੇ ਨੂੰ ਕਹਿਆ ਨਾ ਜਾਵੇ, ਹੰਕਾਰ ਜਰਾ ਜਿੰਨਾ ਨਾ ਆਵੇ, ਮਾਣ ਨਾ ਆਵੇ ਕਰਕੇ, ਕਿਉਂਕਿ ਮਾਣ ਆਇਆ, ਹੰਕਾਰ ਆਇਆ, ਸਾਰੇ ਇਹ ਦੁਸ਼ਮਣ ਜਦੋਂ ਇਕੱਠੇ ਹੁੰਦੇ ਆ, ਇੱਕ ਆਵੇ ਸਹੀ ਸਾਰੇ ਇਕੱਠੇ ਹੋ ਜਾਂਦੇ ਆ। ਇੱਕ ਆ ਜਾਏ ਇਹਦੇ ਵਿੱਚ ਪਾਪ ਦੀ ਗੱਲ ਅਤੇ ਭੁੰਡਾਂ ਵਾਂਗੂ ਨੂੰ ਸਾਰੇ ਖੱਖਰਾਂ ਵਾਂਗੂ ਇਕੱਠੇ ਹੋ ਜਾਂਦੇ ਆ। ਇਹਨਾਂ ਤੋਂ ਬਚਣ ਦੇ ਲਈ ਆਪਣੀ ਸਭ ਤੋਂ ਪਹਿਲਾਂ ਜ਼ੁਬਾਨ ਨੂੰ ਅਤੇ ਆਪਣੇ ਮਨ ਨੂੰ ਕੰਟਰੋਲ ਦੇ ਨਾਲ ਬੋਲ। ਇਸ ਕਰਕੇ ਇਹ ਤੋਂ ਬਚਣ ਦੇ ਲਈ ਪ੍ਰਭੂ ਦੇ ਅੱਗੇ ਹਰ ਵੇਲੇ ਅਰਦਾਸ ਕਰ ਬੰਦਿਆ।
ਪ੍ਰਭੂ ਦੇ ਅੱਗੇ ਹਰ ਵੇਲੇ ਨਿਰਮਤਾ ਸਹਿਤ ਬੇਨਤੀਆਂ ਕਰੀ ਜਾ, ਬੇਨਤੀਆਂ ਕਰੀ ਜਾ। ਤੇ ਜਿਸ ਵੇਲੇ ਪ੍ਰਭੂ ਜੀ ਨੇ ਅਫਸੀਆ 6 ਦੇ ਵਿੱਚ ਬਚਨ ਦਿੱਤਾ ਤੇ ਕਿਹਾ ਆਪਣੇ ਮਾਂ ਪਿਓ ਦੀ ਆਗਿਆ ਕਰੋ, ਪਾਲਣ ਕਰੋ, ਮਾਂ ਪਿਓ ਦਾ ਇੱਜ਼ਤ ਕਰੋ, ਮਾਣ ਕਰੋ, ਸੇਵਾ ਕਰੋ। ਇਹ ਸਭ ਤੋਂ ਪਹਿਲਾ ਹਥਿਆਰ ਆ ਤੁਹਾਡਾ, ਹੁਕਮ ਆ, ਹਥਿਆਰ ਆ ਇਹ ਸਾਡਾ ਰੱਬ ਦੇ ਭਾਣੇ ਦਾ। ਤੇ ਫਿਰ ਮਾਪਿਆਂ ਨੂੰ ਕਿਹਾ ਕਿ ਤੁਸੀਂ ਭਾਈ ਆਪਣੇ ਬੱਚਿਆਂ ਦਾ ਕ੍ਰੋਧ ਨਾ ਭੜਕਾਓ। ਛੋਟੀ ਛੋਟੀਆਂ ਗੱਲਾਂ ਤੋਂ, ਕਿਸੇ ਤਰ੍ਹਾਂ ਦੀ ਵੀ ਵੱਡੀ ਛੋਟੀ ਗੱਲ ਆ, ਆਪਣੇ ਬੱਚਿਆਂ ਨੂੰ ਸਰਾਫਿਤ ਨਾ ਕਰੋ, ਤਾਂ ਕਿ ਤੁਹਾਡੇ ਬੋਲ ਤੁਹਾਡੇ ਬੱਚਿਆਂ ਦੇ ਉੱਤੇ ਸਰਾਫਤ ਵੀ ਹੁੰਦੇ ਆ ਅਤੇ ਸ਼ੀਸ਼ ਵੀ ਧਾਰਨ ਕਰਦੇ ਆ। ਸੋ ਸਮਝ ਕੇ ਬੋਲੋ। ਜਿਵੇਂ ਆਪਣੇ ਬੱਚਿਆਂ ਨੂੰ, ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਆ, ਹਰ ਇੱਕ ਦੇ ਬੱਚੇ ਨੂੰ ਸੀਸ ਦਿਓ, ਹਰ ਇੱਕ ਦੇ ਭਲਾ ਉਸੇ ਤਰ੍ਹਾਂ ਹੀ ਮੰਗੋ, ਦਿਲੋਂ ਲਾ ਕੇ ਮੰਗੋ। ਤੇ ਫਿਰ ਕਿਹਾ ਤੀਜਾ ਬਚਨ, ਫਿਰ ਕਹਿੰਦੇ ਆ ਕਾਮਿਆਂ ਵੱਲ ਜਾਂਦੇ ਆ, ਨੌਕਰਾਂ ਵੱਲ, ਕਿ ਆਪਣੇ ਮਾਲਕ ਦੀ ਇਸ ਤਰ੍ਹਾਂ, ਆਪਣੇ ਮਾਲਕ ਦਾ ਕੰਮ ਇਸ ਤਰ੍ਹਾਂ ਕਰੋ, ਇਉਂ ਡਰੋ ਮਾਲਕ ਕੋਲੋਂ ਜਿਵੇਂ ਪ੍ਰਭੂ ਕੋਲੋਂ, ਰੱਬ ਕੋਲੋਂ ਅਸੀਂ ਡਰਦੇ ਹਾਂ। ਜਿਹੜਾ ਚੰਗਾ ਨੌਕਰ ਆ ਨਾ, ਉਹ ਜਦੋਂ ਮਾਲਕ ਨਾ ਕੋਲ ਹੋਵੇ ਤੇ ਉਦੋਂ ਵੀ ਨੀਤ ਪੂਰੀ ਦੇ ਨਾਲ ਕੰਮ ਕਰਦਾ ਆ ਕਿ ਰੱਬ ਮੈਨੂੰ ਵੇਖਦਾ ਆ। ਇਸ ਤਰ੍ਹਾਂ ਕੰਮ ਕਰੋ। ਇਹ ਨਾ ਹੋਵੇ ਕਿ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜਿਹੜਾ ਇੱਕ ਦਿਨ 'ਚ ਕੰਮ ਨਿਬੜਨਾ ਸੀ ਉਹ 3 ਦਿਨਾਂ 'ਚ ਨਿਬੇੜਾਂਗੇ। ਇਸ ਤਰ੍ਹਾਂ ਦੀ ਠੱਗੀ ਨਾ ਮਾਰਿਓ, ਇਸ ਤਰ੍ਹਾਂ ਦਾ ਪਾਪ ਨਾ ਕਰਿਓ। ਫਿਰ ਕਹਿੰਦੇ ਆ ਮਾਲਕ ਨੂੰ ਕਿ ਆਪਣੇ ਨੌਕਰਾਂ ਦੇ ਨਾਲ ਵਧੀਕੀ ਨਾ ਕਰੀ। ਐਸਾ ਨਾ ਹੋਵੇ ਕਿ ਤੂੰ ਉਹਨਾਂ ਦੇ ਪੈਸੇ ਹੀ ਮਾਰ ਲਵੇਂ, ਐਸਾ ਨਾ ਹੋਵੇ ਕਿ ਉਹਨਾਂ ਨੂੰ ਬਿਲਕੁਲ ਤੂੰ ਤੁੱਛ ਕਰਕੇ ਜਾਣੇ, ਆਪਣੇ ਆਪ ਨੂੰ ਵੱਡਾ ਹੀ ਮੈਂ ਕਰੀ ਜਾਵੇਂ। ਉਹਨਾਂ ਨਾਲ ਤੂੰ ਵੀ ਪਿਆਰ ਦੇ ਨਾਲ ਚੱਲੀ। ਕਿਸੇ ਦਾ ਪੈਸਾ ਟਕਾ ਮਾਰੀ ਨਾ, ਸਗੋਂ 10 ਰੁਪਈਏ ਵਾਧੂ ਦੇਈ, ਉਹਨਾਂ ਨੂੰ ਖੁਸ਼ ਰੱਖੀ, ਕਿਉਂਕਿ ਤੁਹਾਡਾ ਸਵਰਗ ਵਿੱਚ ਪਿਤਾ ਜਿਹੜਾ ਮਾਲਕ, ਜਿਹੜਾ ਜਿਹਨੇ ਨਿਆਂ ਕਰਨਾ, ਉਹ ਇੱਕੋ ਹੀ ਆ ਅਤੇ ਉਹ ਧਰਮ ਦੀ ਤੱਕੜੀ ਤੋਲਦਾ ਆ। ਉਹਨੂੰ ਕੋਈ ਜ਼ਰੂਰਤ ਨਹੀਂ ਗੀ, ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ ਕਿ ਇਹ ਮਾਲਕ ਆ ਅਤੇ ਇਹ ਨੌਕਰ ਆ। ਉਹਦੀ ਦਰਗਾਹ ਵਿੱਚ ਨਾ ਕੋਈ ਮਾਲਕ ਅਤੇ ਨਾ ਕੋਈ ਨੌਕਰ, ਨਾ ਕੋਈ ਬੀਵੀ ਅਤੇ ਨਾ ਕੋਈ ਗੋਲੀ, ਕੋਈ ਨਹੀਂ। ਉੱਥੇ ਅਸੀਂ ਸਾਰੇ ਇੱਕੋ ਹਾਂ। ਉੱਥੇ ਨਾ ਕੋਈ ਵੱਡਾ ਅਤੇ ਨਾ ਕੋਈ ਛੋਟਾ। ਉੱਥੇ ਗੁਣਾਂ ਦੇ ਨਾਲ ਕਬੂਲ ਹੋਣਾ ਆ ਤੁਹਾਡਾ ਸਭ ਕੁਛ। ਆਖਰ 'ਤੇ ਪਰਮੇਸ਼ਰ ਜੀ ਕਹਿੰਦੇ ਮੁੱਕਦੀ ਗੱਲ, ਤੁਸੀਂ ਪਰਮੇਸ਼ਰ ਦੇ ਦਿੱਤੇ ਹੋਏ ਸਾਰੇ ਸ਼ਾਸਤਰਾਂ ਅਤੇ ਵਸਤਰਾਂ ਨੂੰ ਧਾਰਨ ਕਰ ਲਓ। ਭਾਵ ਕਿ ਤੁਸੀਂ ਸ਼ਾਸਤਰ ਵਸਤਰਾਂ ਨੂੰ ਧਾਰਨ ਕਰੋ, ਤੁਸੀਂ ਵੈਰੀ ਦੇ ਸਾਹਮਣੇ ਖਲੋ ਸਕੋ, ਦੁਸ਼ਟ ਦੇ ਸਾਹਮਣੇ ਖਲੋ ਸਕੋ, ਉਹਦਾ ਸਾਹਮਣਾ ਕਰ ਸਕੋ। ਕਿਉਂਕਿ ਪਰਮੇਸ਼ਰ ਕਹਿੰਦਾ ਤੁਹਾਡੀ ਲੜਾਈ ਲਹੂ ਮਾਸ ਨਾਲ ਨਹੀਂ, ਤੁਹਾਡੀ ਲੜਾਈ ਅੰਧਕੂਰ ਦੀਆਂ ਹਕੂਮਤਾਂ ਨਾਲ ਆ, ਅੰਧਕੂਰ ਦੇ ਮਹਾਰਾਜਿਆਂ ਨਾਲ ਆ, ਦੁਸ਼ਟ ਆਤਮਾ ਨਾਲ ਆ, ਜਿਹੜੀਆਂ ਭ੍ਰਿਸ਼ਟ ਥਾਵਾਂ 'ਚ ਰਹਿੰਦੀਆਂ ਆ, ਉਹਨਾਂ ਨਾਲ ਲੜਾਈ ਆ ਤੁਹਾਡੀ। ਦੁਨੀਆ ਦੇ ਲੋਕਾਂ ਦੇ ਨਾਲ ਲੜਾਈ ਨਾ ਵਿੱਢ ਕੇ ਰੱਖਿਆ ਕਰੋ। ਭੈਣਾਂ ਭਰਾਵਾਂ, ਧੀਆਂ ਪੁੱਤਾਂ, ਮਾਪਿਆਂ ਦੇ ਨਾਲ ਨਾ ਲੜਿਆ ਕਰੋ, ਕਿਸੇ ਨਾਲ ਨਾ ਲੜਿਆ ਕਰੋ, ਕਿਉਂਕਿ ਸਾਡੀ ਲੜਾਈ ਲਹੂ ਮਾਸ ਨਾਲ ਬਿਲਕੁਲ ਨਹੀਂ ਗੀ। ਸਾਡੀ ਲੜਾਈ ਸਿਰਫ ਅਤੇ ਸਿਰਫ ਭੈੜੀਆਂ ਆਤਮਾਵਾਂ ਦੇ ਨਾਲ ਆ, ਜਿਹੜੇ ਭੈੜੇ ਥਾਵਾਂ ਉੱਤੇ ਵਸਦੀਆਂ ਆ, ਜਿਹੜੀਆਂ ਚੰਗਾ ਭਲੇ ਬੰਦੇ ਦਾ ਦਿਲ ਗੰਦਗੀ ਭਰਿਆ ਬਣਾ ਦਿੰਦੀਆਂ ਆ। ਚੰਗੀਆਂ ਭਲੀਆਂ ਪਵਿੱਤਰ ਅੱਖਾਂ ਨੂੰ ਗੰਦਗੀ ਦੇ ਖਿਆਲ ਦੇ ਕੇ ਨਫ਼ਰਤ ਕਰ ਦਿੰਦੀਆਂ ਆ, ਉਹਨਾਂ ਦੇ ਵਿੱਚ ਭਰ ਦਿੰਦੀਆਂ ਆ ਗੰਦਗੀ। ਤੋ ਫਿਰ ਪਰਮੇਸ਼ਰ ਜੀ ਕਹਿੰਦੇ ਕਿ ਇਹਨਾਂ ਨਾਲ ਸਾਹਮਣਾ ਕਰਨ ਦੇ ਲਈ ਤਕੜੇ ਹੋਵੋ। ਸਭ ਕੁਛ ਮੁਕਾ ਕੇ ਇਹਨਾਂ ਦੇ ਸਾਹਮਣੇ ਖੜੋਣਾ ਪੈਣਾ ਤੁਹਾਨੂੰ, ਤਾਂ ਕਿ ਸਾਹਮਣਾ ਕਰ ਸਕੋ। ਫਿਰ ਤੁਸੀਂ ਸੱਚਾਈ ਨਾਲ ਆਪਣੀ ਕਮਰ ਕੱਸੋ, ਸੱਚਾਈ ਤੁਹਾਡੇ ਪੱਲੇ ਹੋਵੇ। ਫਿਰ ਤੁਸੀਂ ਧਰਮ ਰੱਖੋ, ਆਪਣਾ ਧਰਮ ਦੀ ਸੰਜੋ ਪਹਿਨੋ, ਧਰਮ ਵੱਲ ਧਿਆਨ ਦਿਓ। ਫਿਰ ਤੁਸੀਂ ਮਿਲਾਪ ਅਤੇ ਖੁਸ਼ਖਬਰੀ ਦੀ ਪੈਰਾਂ 'ਚ ਜੁੱਤੀ ਪਾਓ। ਕਿਸੇ ਨਾਲ ਵੈਰ ਨਾ ਕਰੋ, ਹਰ ਇੱਕ ਨਾਲ ਮਿਲਾਪ, ਹਰ ਇੱਕ ਨਾਲ ਮਿੱਠਾ ਬੋਲੋ, ਹਰ ਇੱਕ ਨੂੰ ਪਿਆਰ ਕਰੋ। ਅਤੇ ਇਹਨਾਂ ਸਭਨਾਂ ਦੇ ਸਣੇ ਪਰਮੇਸ਼ਰ ਕਹਿੰਦਾ ਨੇਚਾ ਦੀ ਢਾਲ ਲਾਓ, ਤਾਂ ਕਿ ਤੁਸੀਂ ਦੁਸ਼ਟ ਦੇ ਸਾਰੇ ਅਗਨਵਾਣਾਂ ਨੂੰ ਬੁਝਾ ਸਕੋ। ਫਿਰ ਪਰਮੇਸ਼ਰ ਜੀ ਕੀ ਕਹਿੰਦੇ ਆ,
ਕਿ ਤੁਸੀਂ ਮੁਕਤੀ ਦਾ ਟੋਪ ਲੈ ਲਵੋ। ਜੇ ਤੁਸੀਂ ਇੱਥੇ ਤੱਕ ਪਹੁੰਚ ਗਏ ਇਸ ਪੌੜੀ ਤੱਕ, ਤਾਂ ਫਿਰ ਮੁਕਤੀ ਦਾ ਟੋਪ ਮਿਲ ਜਾਊਗਾ ਸਾਨੂੰ। ਮੁਕਤੀ ਦਾ ਟੋਪ ਲੈਣ ਲਈ ਸਾਨੂੰ ਇਹਨਾਂ ਪੌੜੀਆਂ ਦੇ ਉੱਤੇ ਚੜ੍ਹਨਾ ਪੈਣਾ ਜਾਂ ਉਤਰਨਾ ਪੈਣਾ ਆ। ਸਚਾਈ, ਧਰਮ, ਮਿਲਾਪ, ਆਨੰਦ, ਖੁਸ਼ਖਬਰੀ, ਨੇਚਾ, ਪ੍ਰੇਮ, ਇਹਨਾਂ ਪੌੜੀਆਂ 'ਚ ਉਤਰੋ। ਫਿਰ ਤੁਸੀਂ ਨੇਚਾ ਦੀ ਢਾਲ ਜਿਹੜੀ ਲਾ ਕੇ ਤਾਂ ਅਗਣਵਾਣਾ ਸਾਰਿਆਂ ਦੁਸ਼ਟਾਂ ਨੂੰ ਜਦੋਂ ਬੁਝਾ ਦੋਗੇ ਨਾ, ਫਿਰ ਕੀ ਮਿਲੂਗਾ? ਮੁਕਤੀ ਦਾ ਟੋਪ। ਮੁਕਤੀ ਦਾ ਟੋਪ ਲੈ ਲਵੋ ਤੇ ਆਤਮਾ ਦੀ ਤਲਵਾਰ ਜਿਹੜੀ ਪਰਮੇਸ਼ਰ ਦੀ ਬਾਣੀ ਉਹ ਲੈ ਲਵੋ। ਫਿਰ ਸਾਡੇ ਮੂੰਹ 'ਚ ਪਰਮੇਸ਼ਰ ਦੀ ਬਾਣੀ ਦੀ, ਆਤਮਾ ਦੀ ਸਾਡੇ ਅੰਦਰ ਤਲਵਾਰ ਹੋਊਗੀ ਤੇ ਮੂੰਹ ਦੇ ਵਿੱਚ ਆਤਮਾ ਸਾਡੀ ਤੇ ਤਲਵਾਰ ਸਾਡੀ ਮੂੰਹ, ਜੀਭ ਜਿਹੜੀ ਬੋਲੂਗੀ ਪਰਮੇਸ਼ਰ ਦੀ ਬਾਣੀ, ਤੇ ਫਿਰ ਦੁਸ਼ਟ ਦੇ ਬਾਣਾਂ ਨੂੰ ਕੱਟ ਕੇ ਦੁਸ਼ਟ ਨੂੰ ਵੱਢ ਕੱਟ ਕੇ ਸੱਟ ਦਊਗੀ। ਪਾਲੂਸ ਕਹਿੰਦਾ ਫਿਰ ਜਾਗਦੇ ਰਹੋ, ਸੁਚੇਤ ਰਹੋ ਆਤਮਾ ਦੇ ਵਿੱਚ। ਫਿਰ ਕਹਿੰਦਾ ਪਾਲੂਸ ਕਹਿੰਦਾ ਪਰਮੇਸ਼ਰ ਪਲੂਸ ਦੇ ਥਰੂ ਕਹਿੰਦਾ ਸਾਨੂੰ, ਮੇਰੀ ਬੇਨਤੀ ਔਰ ਸਭ ਦਾਸਾਂ ਦੀਆਂ ਬੇਨਤੀਆਂ ਕਰੋ, ਜਾਗਦੇ ਰਹੋ। ਆਪਣੀਆਂ ਵੀ ਬੇਨਤੀਆਂ ਕਰਦੇ ਰਹੋ ਤੇ ਜਾਗਦੇ ਰਹੋ। ਸੰਗਲਾਂ ਨਾਲ ਦੁਸ਼ਟ ਨੇ ਸਾਨੂੰ ਸੰਗਲਾਂ ਨਾਲ ਬੰਨ੍ਹਿਆ ਆ। ਇਸ ਤਰ੍ਹਾਂ ਉਸ ਵੇਲੇ ਪਾਲੂਸ ਨੂੰ ਬੰਨ੍ਹਿਆ ਸੀ ਦੁਨਿਆਵੀ ਸੰਗਲਾਂ ਨਾਲ। ਹੁਣ ਸਾਨੂੰ ਦੁਸ਼ਟ ਨੇ ਆਪਣੇ ਸੰਗਲਾਂ ਨਾਲ ਬੰਨ੍ਹਿਆ। ਉਹ ਪ੍ਰਤੀਕ ਕਰਦੇ ਸੀ ਸੰਗਲ। ਸਾਡੇ ਇਸ ਵੇਲੇ ਦੇ ਸੰਗਲ ਜਿਹੜੇ ਆ, ਇਸ ਵੇਲੇ ਸੰਗਲ ਤਦੇ ਨਹੀਂ ਬੰਦਾ ਛੁੱਟਦਾ। ਜੋ ਮਰਜ਼ੀ ਕਰ ਲਓ, ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਕ੍ਰੋਧ ਨਾ ਕਰ, ਇਹ ਮਾੜਾ ਆ। ਕਿਸੇ ਦੀ ਨਿੰਦਿਆ ਨਾ ਕਰ, ਇਹ ਮਾੜੀ ਆ। ਕਿਸੇ ਦਾ ਬੁਰਾ ਨਾ ਤੱਕ ਕਿ ਮਾੜਾ ਆ, ਉਹ ਤਾਂ ਉਲਟੀਆਂ ਹੋਰ ਗਾਲਾਂ ਗੂਲਾਂ ਕੱਢਣ ਲੱਗ ਜਾਂਦਾ ਜਿਹਨੂੰ ਹਟਾਓ। ਦੁਨੀਆ ਦਾ ਤਾਂ ਹਾਲ ਆ। ਹਟਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਤਾਂ ਦੁੱਗਣਾ ਖਖਰਾਂ ਛੱਡ ਪੈਂਦਾ ਆ ਬੰਦਾ। ਉਹਦੇ 'ਤੇ ਚੇਤਾ ਉਹ ਤਾਂ ਇਹੀ ਹੋ ਜਾਂਦਾ ਵੀ ਭਾਈ ਚੇਤਾ ਹੀ ਕਿਸੇ ਦਾ ਨਾ ਕਰਾਵੋ। ਮਨ ਸੁੱਤਾ ਹੀ ਰਹੇ ਤੇ ਚੰਗਾ ਇਹਦੇ ਨਾਲੋਂ। ਤੋ ਇਸ ਕਰਕੇ ਜਿਵੇਂ ਕੁੱਤਾ ਸੁੱਤਾ ਆ ਤਾਂ ਸੁੱਤਾ ਆ, ਭੌਂਕਿਆ ਤਾਂ ਫਿਰ ਚੱਲਣ ਦੇ। ਫਿਰ ਉਹਦਾ ਮੂੰਹ ਕਿਹੜਾ ਬੰਦ ਕਰੇ ਵੀ ਤੂੰ ਨਾ ਭੌਂਕ। ਆਹ ਹਾਲ ਬੰਦਿਆਂ ਦਾ ਆ, ਸੰਗਲਾਂ ਦੇ ਨਾਲ ਜਕੜੇ ਹੋਏ ਆ, ਦੁਸ਼ਟ ਦੇ ਸੰਗਲਾਂ ਦੇ ਨਾਲ। ਸੋ ਇਹਨਾਂ ਸੰਗਲਾਂ ਨੂੰ ਤੋੜਨ ਦੇ ਲਈ ਪਰਮੇਸ਼ਰ ਦੀ ਬਾਣੀ ਜਿਹੜੀ ਬਚਨ ਆ, ਉਹ ਤਲਵਾਰ ਆ, ਸਾਡੇ ਮੂੰਹ ਵਿੱਚ ਆ, ਤੇ ਉਹਨੂੰ ਲੈ ਲਵੋ ਤੇ ਆਤਮਾ 'ਚ ਜਾਗਦੇ ਰਹੋ। ਹਰ ਵਕਤ ਬੇਨਤੀਆਂ ਕਰਦੇ ਰਹੋ ਆਪਣਿਆਂ ਪ੍ਰਭੂ ਦੇ ਦਾਸਾਂ ਦੀਆਂ, ਆਪਣਿਆਂ ਪਾਸਟਰਾਂ ਦੀਆਂ, ਆਪਣਿਆਂ ਸੰਤਾਂ ਦੀਆਂ। ਹੇ ਪ੍ਰਭੂ, ਇਸ ਵੇਲੇ ਦੁਨੀਆ ਦੇ ਉੱਤੇ ਤੁਸੀਂ ਕਿਹਾ ਕਿ ਵਾਢੇ ਤਾਂ ਬਹੁਤ ਥੋੜ੍ਹੇ ਆ, ਫਸਲ ਬਹੁਤ ਪੱਕ ਗਈ ਆ। ਪ੍ਰਭੂ, ਤਕੜੇ ਵਾਢਿਆਂ ਨੂੰ ਭੇਜੋ, ਚੰਗੇ ਦਾਸਾਂ ਨੂੰ ਭੇਜੋ ਜਿਹੜੇ ਤੇਰੇ ਕਦਮਾਂ 'ਤੇ ਸਹੀ ਚੱਲਣ। ਮੇਰੇ ਪਰਮੇਸ਼ਰ, ਜਿਹੜੇ ਸਾਨੂੰ ਵੀ ਸਹੀ ਚਲਾ ਸਕਣ ਔਰ ਸਹੀ ਬਚਨ ਸੁਣਾ ਸਕਣ ਔਰ ਸੱਚਾਈ 'ਤੇ ਤੋਰ ਸਕਣ। ਤੇਰੇ ਬਚਨ 'ਚ ਲਿਖਿਆ, ਲਾਲਚ ਨਾ ਕਰਿਓ, ਨਾ ਸੋਨਾ, ਨਾ ਚਾਂਦੀ, ਨਾ ਤਾਂਬਾ, ਨਾ ਆਪਣੇ ਕਮਰ ਕੱਸੇ ਨਾਲ ਬੰਨਿਓ, ਨਾ ਰੋਟੀ, ਨਾ ਲਾਠੀ, ਨਾ ਝੋਲਾ, ਨਾ ਰੁਪਈਆ, ਨਾ ਦੋ ਕੁੜਤੇ ਆਪਣੇ ਨਾਲ ਨਾ ਚੱਕਿਓ। ਤੁਹਾਨੂੰ ਮੁਫਤ 'ਚ ਮਿਲਿਆ, ਤੁਸੀਂ ਮੁਫਤ ਵਿੱਚ ਵੰਡੋ। ਜਾਓ, ਘਰ ਘਰ ਜਾਓ, ਘਰ ਘਰ ਜਾਓ, ਘਰ ਘਰ ਜਾ ਕੇ ਸੇਵਾ ਕਰੋ। ਕਿਸ ਤਰ੍ਹਾਂ? ਭੂਤਾਂ ਨੂੰ ਕੱਢੋ, ਮੋਇਆਂ ਨੂੰ ਜਿੰਦੇ ਕਰੋ। ਭਾਵ ਕਿਹੜੇ ਮੋਏ? ਆਤਮਾ ਸਾਡੇ ਅੰਦਰ ਮਰ ਚੁੱਕੀਆਂ, ਉਹਨਾਂ ਨੂੰ ਜਿੰਦੇ ਕਰੋ। ਅੰਨ੍ਹੀਆਂ ਨੂੰ ਸੁਚੱਖੇ ਕਰੋ। ਕਿਹੜੇ ਅੰਨ੍ਹੀਆਂ ਨੂੰ? ਜਿਨ੍ਹਾਂ ਨੂੰ ਅੱਖਾਂ, ਸੱਚੀਆਂ ਅੱਖਾਂ, ਰੱਬ ਵਾਲੀ ਅੱਖ ਜਿਹੜੀ ਜਾ ਚੁੱਕੀ ਹੈ। ਦੁਨੀਆ ਨੂੰ ਅੱਖਾਂ ਦੇਖਦੀਆਂ ਪਰ ਰੱਬ ਨੂੰ ਅੱਖਾਂ ਨਹੀਂ ਚੰਗੀਆਂ ਉਹ ਲੱਗਦੀਆਂ। ਉਹ ਅੱਖਾਂ, ਆਤਮਕ ਅੱਖਾਂ ਸਾਡੀਆਂ ਖੋਲ੍ਹੋ। ਆਤਮਕ ਅੱਖਾਂ ਨੂੰ ਸੁਜਾਖੀਆਂ ਜਾ ਕੇ ਕਰੋ। ਜਾਓ, ਪਰ ਮਾਣ ਨਾ ਕਰਿਓ। ਮੈਨੂੰ ਖੁਦ ਤੁਹਾਡਾ ਫਿਕਰ ਆ। ਜਿਹੜਾ ਤੁਹਾਡਾ ਆਦਰ ਭਾਵ ਨਾ ਕਰੇ, ਉੱਥੇ ਜੁੱਤੀ ਝਾੜ ਕੇ ਅੱਗੇ ਤੁਰ ਜਾਇਓ। ਤੁਹਾਡੀ ਪ੍ਰਾਰਥਨਾ ਤੁਹਾਨੂੰ ਵਾਪਸ ਮੁੜ ਕੇ ਤੁਹਾਡੇ ਕੋਲ ਦੁੱਗਣੀ ਹੋ ਕੇ ਆ ਜਾਊਗੀ। ਜਿਹੜਾ ਪੱਥਰ 'ਚ ਕੀੜਿਆਂ ਨੂੰ ਦੇਣ ਵਾਲਾ ਆ, ਜਿਹੜਾ ਹਰ ਸ੍ਰਿਸ਼ਟੀ 'ਚ ਪਤਾਲਾਂ ਆਕਾਸ਼ਾਂ ਵਿੱਚ ਰੋਜੀ ਦੇਣ ਵਾਲਾ, ਉਹਨੂੰ ਤੁਹਾਡੀ ਰੋਜੀ ਦਾ ਬਹੁਤ ਫਿਕਰ ਆ। ਇਹ ਫਿਕਰ ਤੁਸੀਂ ਨਾ ਕਰਿਓ, ਇਹ ਫਿਕਰ ਮੈਨੂੰ ਆ। ਤੁਸੀਂ ਲਾਲਚ ਨਾ ਕਰਿਓ। ਹੁਣ ਅਸੀਂ ਦੇਖਣਾ ਕਿ ਸਾਨੂੰ ਤਾਂ ਲਾਲਚ ਇੱਦਾਂ ਦੇ ਪੈ ਗਏ ਆ, ਸਾਨੂੰ ਤਾਂ ਇੱਕੋ ਹੀ ਲਾਲਚ ਵੱਡਾ ਹੀ ਪੈ ਗਿਆ ਵੀ ਬਸ
ਮੇਰਾ ਹੋਵੇ ਚਰਚ, ਮੇਰਾ ਹੋਵੇ ਚਰਚ, ਅਤੇ ਚੰਗੀਆਂ ਚੰਗੀਆਂ ਸਾਮੀਆਂ ਨੂੰ ਮੈਂ ਧਿਆਨ ਦੇਵਾਂ। ਚੰਗੀਆਂ ਚੰਗੀਆਂ ਕੋਠੀਆਂ ਵਾਲਿਆਂ ਦੇ ਜਦੋਂ ਇਨਵਾਈਟ ਕਰਨ ਤਾਂ ਮੈਂ ਭੱਜਾ ਜਾਵਾਂ, ਅਤੇ ਗਰੀਬ ਦੀ ਮੈਂ ਸੁੱਧ ਵੀ ਨਾ ਲਵਾਂ, ਗਰੀਬ ਦਾ ਮੈਂ ਫੋਨ ਵੀ ਨਾ ਚੱਕਾਂ। ਸਾਡੀ ਹਾਲਤ ਜ਼ਿਆਦਾ ਕਰਕੇ ਇਹ ਹੋ ਗਈ ਹੈ। ਭਾਗਾਂ ਵਾਲੇ ਉਹ ਆ ਜਿਹੜੇ ਸੱਚੀ ਮੁੱਚੀ ਕਦਮਾਂ 'ਤੇ ਚੱਲਦੇ ਆ, ਬਹੁਤ ਹੀ ਭਾਗਾਂ ਵਾਲੇ। ਪ੍ਰਭੂ ਕਹਿੰਦਾ ਉਹਨਾਂ ਦੀ ਅਰਦਾਸ ਕਰੋ, ਜਿਹੜੇ ਤੇਰੇ ਕਦਮਾਂ 'ਤੇ ਮੇਰੇ ਪਰਮੇਸ਼ਰ ਚੱਲਦੇ ਆ, ਉਹਨਾਂ ਉੱਤੇ ਇੱਦਾਂ ਦੀ ਦਇਆ ਕਰ। ਬੇਨਤੀ ਕਰਦੇ ਆ ਮੇਰੇ ਪਿਤਾ, ਬੇਨਤੀ ਕਰਦੇ ਆ ਉਹਨਾਂ ਦਾਸਾਂ ਦੀ, ਤੇਰਿਆਂ ਦੀ, ਉਹਨਾਂ ਤੇਰਿਆਂ ਸੇਵਕਾਂ ਦੀ ਮੇਰੇ ਪਰਮੇਸ਼ਰ। ਬੇਨਤੀ ਕਰਦੇ ਆ ਤੇਰੇ ਚਰਨਾਂ ਦੇ ਵਿੱਚ, ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਮੇਰੇ ਪਿਤਾ, ਆਪਣਿਆਂ ਦਾਸਾਂ ਨੂੰ ਜਿਹੜੇ ਤੇਰੇ ਬਚਨ ਵੰਡਦੇ ਆ, ਸਭ ਨੂੰ ਸੀਸਾਂ ਦਿੰਦੇ ਆ। ਅਸੀਂ ਸੁੱਤੇ ਹੁੰਦੇ ਆ, ਉਹ ਰਾਤਾਂ ਨੂੰ ਜਾਗ ਜਾਗ ਕੇ ਦੁਹਾਈ ਦੇ ਦੇ ਕੇ ਅਤੇ ਤੇਰੇ ਨਾਮ ਦੇ ਵਿੱਚ ਸਭ ਦੀਆਂ ਸੁੱਖਾਂ ਮੰਗਦੇ ਆ, ਅਤੇ ਸਭ ਦੇ ਨਾਂ ਲਿਸਟ 'ਤੇ ਲਿਖੇ ਹੋਏ ਹੁੰਦੇ ਆ, ਅਤੇ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਦੇ, ਉਹਨਾਂ ਨੂੰ ਉਹਨਾਂ ਵੱਲ ਧਿਆਨ ਦਿੰਦੇ ਆ। ਕਿਸੇ ਦਾ ਨਾਂ ਭੁੱਲ ਜਾਵੇ, ਉਹਦਾ ਦੁਬਾਰਾ ਬਾਰ-ਬਾਰ ਸੋਚ ਕੇ ਕਹਿੰਦੇ ਮਾਫੀ ਮੰਗਦਾ ਪ੍ਰਭੂ, ਆ ਨਾਂ ਭੁੱਲ ਗਿਆ ਲੈਣਾ ਮੇਰੇ ਤੋਂ, ਕਿਸੇ ਨੇ ਮੰਗ ਕੀਤੀ ਹੋਈ ਸੀ ਮੇਰੀ ਪ੍ਰਾਰਥਨਾ ਕਰਨੀ, ਮੈਂ ਮਾਫੀ ਮੰਗਦਾ ਆ। ਉਹ ਅੰਦਰ ਵੜ ਕੇ ਕੋਠੜੀ ਦੇ ਵਿੱਚ, ਅਸੀਂ ਸੁੱਤੇ ਹੁੰਦੇ ਹਾਂ ਅਤੇ ਉਹ ਰਾਤਾਂ ਨੂੰ ਜਾਗਦੇ ਆ ਸਾਡੇ ਵਾਸਤੇ, ਅਤੇ ਸਾਡਾ ਕੀ ਫਰਜ਼ ਬਣਦਾ? ਸਾਡਾ ਨਹੀਂ ਫਰਜ਼ ਬਣਦਾ ਕਿ ਅਸੀਂ ਉਹਨਾਂ ਵਾਸਤੇ ਅਰਦਾਸ ਬੇਨਤੀਆਂ ਕਰੀਏ। ਅਸੀਂ ਇੱਦਾਂ ਦੀਆਂ ਦਾਸਾਂ ਦੀਆਂ ਬੇਨਤੀਆਂ ਨਾ ਕਰੀਏ, ਕਿਉਂ ਨਾ ਕਰੀਏ? ਫਿਰ ਸਾਡਾ ਧਰਮ ਕੀ ਹੋਇਆ ਜੇ ਸਾਡੇ ਅੰਦਰ ਉਹਨਾਂ ਦਾਸਾਂ ਲਈ ਕੋਈ ਤਰਸ ਨਾ ਆਵੇ? ਪ੍ਰਭੂ ਕਹਿੰਦਾ ਉਹਨਾਂ ਦੀਆਂ ਬੇਨਤੀਆਂ ਕਰੋ, ਦਿਨ ਪਰ ਰਾਤ ਜਾਗੋ, ਜਾਗ ਕੇ ਬੇਨਤੀ ਕਰੋ, ਆਤਮਾ ਵਿੱਚ ਜਾਗ ਕੇ, ਆਤਮਾ ਵਿੱਚ ਜਾਗ ਕੇ ਬੇਨਤੀ ਕਰੋ। ਹਾਲੇਲੂਇਆ, ਧੰਨਵਾਦ ਪਰਮੇਸ਼ਰ ਤੇਰਾ, ਹਾਲੇਲੂਇਆ। ਹੇ ਮੇਰੇ ਪਿਤਾ, ਆਪਣੇ ਪਵਿੱਤਰ ਦਾਸਾਂ ਨੂੰ ਜਿਹੜੇ ਤੇਰੇ ਹੁਕਮ ਦੀ ਪਾਲਣਾ ਕਰਦੇ ਆ, ਤੇਰੇ ਕਦਮਾਂ ਦੇ ਉੱਤੇ ਚੱਲਦੇ ਆ, ਮੇਰੇ ਪਿਤਾ ਜੀ ਤੇਰਾ ਧੰਨਵਾਦ ਕਰਦੇ ਆ, ਮੰਗ ਕਰਦੇ ਆ, ਬੇਨਤੀ ਕਰਦੇ ਆ ਤੇਰੇ ਚਰਨਾਂ ਵਿੱਚ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਯਿਸੂ ਨਾਸਰੀ ਦੇ ਨਾਮ 'ਚ ਬੇਨਤੀ ਕਰਦੇ ਆ ਕਿ ਆਪਣਿਆਂ ਦਾਸਾਂ ਦੇ ਉੱਤੇ ਹੇ ਮੇਰੇ ਪਰਮੇਸ਼ਰ ਤੇਰੇ ਆਕਾਸ਼ ਖੁੱਲ੍ਹ ਜਾਣ, ਤੇਰਾ ਸੱਜਾ ਹੱਥ ਉਹਨਾਂ ਉੱਤੇ ਸਦਾ ਖੁੱਲ੍ਹਾ ਰਵੇ ਮੇਰੇ ਪਰਮੇਸ਼ਰ। ਤੇਰੀ ਗੋਦ ਦੇ ਵਿੱਚ ਉਹ ਬੱਚੇ ਖੜੇ ਰਹਿਣ, ਤੇਰੀ ਗਲਵੱਕੜੀ ਦੇ ਵਿੱਚ ਉਹ ਲੁਕੋਏ ਰਹਿਣ, ਤੇਰੇ ਸ਼ਿਫਾ ਵਾਲੇ ਖੂਨ ਦੇ ਕਮਰ ਵਿੱਚ ਉਹ ਟਕੇ ਰਹਿਣ ਮੇਰੇ ਪਰਮੇਸ਼ਰ। ਉਹਨਾਂ ਦਾਸਾਂ ਦੇ ਬੱਚੇ, ਉਹਨਾਂ ਦਾਸਾਂ ਦਾ ਸਾਰਾ ਪਰਿਵਾਰ, ਉਹਨਾਂ ਦਾਸਾਂ ਦੇ ਘਰ-ਬਾਰ, ਉਹਨਾਂ ਦਾਸਾਂ ਦਾ ਘਰਾਣਾ ਮੇਰੇ ਪਰਮੇਸ਼ਰ, ਉਹਨਾਂ ਦਾਸਾਂ ਦੀਆਂ ਆਉਣ ਵਾਲੀਆਂ ਅੰਸਾਂ, ਸਾਰਿਆਂ ਦੇ ਉੱਤੇ ਇੰਨੀ ਦਇਆ ਕਰੋ ਮੇਰੇ ਪਰਮੇਸ਼ਰ ਕਿ ਉਹਨਾਂ ਨੂੰ ਨਾ ਕੋਈ ਬਿਮਾਰੀ, ਨਾ ਕੋਈ ਪਰੇਸ਼ਾਨੀ, ਨਾ ਕੋਈ ਥਕਾਵਟ ਕਰਦਿਆਂ ਨੂੰ ਆਵੇ। ਹੇ ਮੇਰੇ ਪਰਮੇਸ਼ਰ, ਉਹਨਾਂ ਦੇ ਉੱਤੇ ਐਡੀਆਂ ਰਹਿਮਤ ਭਰੇ ਸਵਰਗ ਖੋਲ੍ਹ ਕੇ ਰੱਖਿਓ, ਦਇਆ ਕਰਿਓ ਮੇਰੇ ਪਿਤਾ। ਤੇਰੇ ਘਰ ਵਿੱਚ ਕੋਈ ਘਾਟਾ ਨਹੀਂ। ਅਤੇ ਮੇਰੇ ਪਿਤੂ, ਹੇ ਮੇਰੇ ਪਿਤਾ ਜੀ, ਜਿਹੜੇ ਸਹੀ ਨਹੀਂ ਚੱਲਦੇ ਉਹਨਾਂ ਉੱਤੇ ਵੀ ਦਇਆ ਕਰੋ, ਉਹ ਸਹੀ ਚੱਲਣ, ਜੋ ਤੇਰਾ ਹੁਕਮ ਆ ਉਸੇ ਤਰ੍ਹਾਂ ਉਹ ਕਰਨ ਪਿਤਾ। ਉਹਨਾਂ 'ਤੇ ਵੀ ਰਹਿਮਤ ਕਰੋ, ਉਹਨਾਂ 'ਤੇ ਵੀ ਰਹਿਮਤ ਕਰੋ, ਸਰਬੱਤ ਦਾ ਭਲਾ ਕਰੋ ਮੇਰੇ ਪਾਪਾ। ਹੇ ਮੇਰੇ ਸੱਸ ਯਿਸੂ ਨਾਸਰੀ ਪਿਤਾ, ਪਿਤਾ ਪੁੱਤਰ ਅਤੇ ਪਵਿੱਤਰ ਆਤਮਾ, ਤੇਰਾ ਧੰਨਵਾਦ, ਤੇਰਾ ਧੰਨਵਾਦ। ਦਇਆ ਕਰੋ ਆਪਣਿਆਂ ਦਾਸਾਂ 'ਤੇ, ਦਇਆ ਕਰੋ ਆਪਣਿਆਂ ਸੰਤਾਂ 'ਤੇ, ਦਇਆ ਕਰੋ ਆਪਣਿਆਂ ਭਗਤਾਂ 'ਤੇ, ਦਇਆ ਕਰੋ ਮੇਰੇ ਪਰਮੇਸ਼ਰ। ਜਿਹੜੇ ਰਾਤਾਂ ਨੂੰ ਜਾਗ ਜਾਗ ਪ੍ਰਾਰਥਨਾ ਵਿੱਚ ਬੈਠਦੇ ਆ ਮੇਰੇ 'ਤੇ, ਆਪਣੇ ਟਾਈਮ ਦੇ ਬੱਧੇ ਭੱਜੇ, ਆਪਣੇ ਟਾਈਮ ਦਿੱਤੇ ਜਿੱਥੇ ਦਿੱਤਾ ਹੁੰਦਾ ਉਸੇ ਜਗ੍ਹਾ ਨੂੰ ਆਣ ਕੇ ਖੋਲ੍ਹਦੇ ਆ, ਹਾਲੇ 'ਤੇ ਖੜ੍ਹਦੇ ਆ, ਅਤੇ ਅੰਦਰ ਕੋਈ ਲਾਲਚ ਨਹੀਂ ਹੁੰਦਾ, ਇੱਕੋ ਲਾਲਚ, ਇੱਕੋ ਪ੍ਰੇਮ ਦਾ ਹੁੰਦਾ ਕਿ ਰੂਹਾਂ ਬਚ ਜਾਣ, ਰੂਹਾਂ ਬਚ ਜਾਣ, ਰੂਹਾਂ ਬਚ ਜਾਣ। ਹੇ ਮੇਰੇ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਹੋ ਮੇਰੇ ਦਾਤਾ। ਸਰਬੱਤ ਦਾ ਭਲਾ ਮੰਗਦੇ ਆ, ਆਪਣਿਆਂ ਦਾਸਾਂ 'ਤੇ ਰਹਿਮਤ ਕਰੀ, ਰਹਿਮਤ ਕਰੀ। ਅਤੇ ਮੇਰੇ ਪਿਤਾ ਹਾਲੇਲੂਇਆ, ਇਹ ਦਾਤਾ ਤੇਰੇ ਅੱਗੇ ਝੋਲੀ ਅੱਡਦੇ ਆ ਕਿ ਸਾਡੇ ਉੱਤੇ ਰਹਿਮਤ ਕਰੀ, ਬੋਲਣ ਵਾਲਿਆਂ 'ਤੇ। ਹੇ ਮੇਰੇ ਪਿਤਾ, ਤੇਰੇ ਅੱਗੇ ਬੇਨਤੀ ਕਰਦੇ, ਅਸੀਂ ਘਟੀਏ ਅਤੇ ਤੂੰ ਵਧੇ, ਅਸੀਂ ਘਟੀਏ ਅਤੇ ਤੂੰ ਵਧੇ। ਤੇਰੀ ਮਰਜ਼ੀ ਸਾਡੇ 'ਤੇ ਪੂਰੀ ਹੋਵੇ, ਤੇਰੀ ਮਰਜ਼ੀ ਤੇਰਿਆਂ ਦਾਸਾਂ 'ਤੇ ਪੂਰੀ ਹੋਵੇ। ਹੋਰ ਲੋੜ ਪਰਮੇਸ਼ਰ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ ਮੇਰੇ ਪਿਤਾ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ ਮੇਰੇ ਪਿਤਾ। ਤੇਰੇ ਆਗਮਨ ਆਉਣ ਦਾ ਧੰਨਵਾਦ। ਸਾਰੇ ਸਰੋਤਿਆਂ ਨੂੰ, ਸਾਰੇ ਸਰੋਤਿਆਂ ਨੂੰ, ਸਾਰੇ ਸਰੋਤੇ ਜਿੰਨੇ ਵੀ ਸੁਣਨ ਵਾਲੇ, ਸਾਰਿਆਂ ਦੇ ਉੱਤੇ ਦਇਆ ਕਰੋ, ਸਾਰਿਆਂ ਦੇ ਉੱਤੇ ਕਿਰਪਾ ਕਰੋ ਮੇਰੇ ਪਿਤਾ। ਕੋਈ ਬਿਮਾਰੀ, ਕੋਈ ਪਰੇਸ਼ਾਨੀ, ਕੋਈ ਲੜਾਈ, ਕੋਈ ਝਗੜਾ, ਕਿਸੇ ਕਿਸਮ ਦਾ ਰੋਗ, ਇਹ ਮੇਰੇ ਪਿਤਾ
ਹਰ ਇੱਕ ਚੀਜ਼ ਨੂੰ ਤੁਸੀਂ ਖੰਡਣ ਵਾਲੇ ਆ। ਇਹ ਮੇਰੇ ਪਰਮੇਸ਼ਰ, ਜਿਹੜੇ ਪਿਆਰ ਦੇ ਨਾਲ ਸੁਣਨ, ਉਹਨਾਂ ਦੇ ਸਾਰੇ ਰੋਗ ਖੰਡੇ ਜਾਣ ਮੇਰੇ ਪਿਤਾ, ਸਾਰੇ ਰੋਗ ਖਤਮ ਹੋ ਜਾਣ, ਉਹ ਤੇਰੇ ਹੋ ਜਾਣ ਮੇਰੇ ਪਿਤਾ, ਉਹ ਤੇਰੇ ਹੋ ਜਾਣ। ਇਹ ਮੇਰੇ ਪਿਤਾ, ਤੈਨੂੰ ਸੁਣਨ ਵਾਲਿਆਂ ਦੇ, ਪਿਆਰ ਨਾਲ ਬਚਨ ਤੇਰਾ ਸੁਣਨ ਵਾਲਿਆਂ ਦੇ ਤੇਰੇ ਅੱਗੇ ਘੁਟਨੇ ਲੱਗ ਜਾਣ ਮੇਰੇ ਪਾਪਾ। ਤੇ ਤੇਰਾ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ ਮੇਰੇ ਪਿਤਾ। ਭੁੱਲਾਂ ਮਾਫ਼ ਕਰਨੀਆਂ ਸਾਡੀਆਂ, ਸਾਨੂੰ ਆਪਣੇ ਬਣਾ ਲੈਣਾ, ਸਾਡੀਆਂ ਦਿਮਾਗਾਂ ਨੂੰ, ਮੇਰੇ ਪਿੱਛੇ ਦਿਲਾਂ ਨੂੰ ਖੋਲ੍ਹਣਾ, ਸਾਨੂੰ ਆਪਣੀਆਂ ਵਿਧੀਆਂ ਸਿਖਾਓ ਪਿਤਾ। ਸਾਡੇ 'ਤੇ ਦਇਆ ਕਰੋ, ਦਇਆ ਕਰੋ, ਆਪਣਾ ਸੱਜਾ ਹੱਥ ਸਾਡੇ ਉੱਤੇ ਰੱਖੋ ਮੇਰੇ ਪਰਮੇਸ਼ਰ, ਸਾਰਿਆਂ ਦੇ ਉੱਤੇ। ਇਹ ਦਾਤਾ ਤੇਰਾ ਧੰਨਵਾਦ ਹੋ, ਤੇਰਾ ਸ਼ੁਕਰ ਹੈ ਮੇਰੇ ਪਿਤਾ ਜੀ। ਤੁਸੀਂ ਸਾਡੇ ਵਾਸਤੇ ਇਸ ਧਰਤੀ ਉੱਤੇ ਜਨਮ ਲਿਆ, ਸਾਨੂੰ ਪਾਲਣ ਦੇ ਲਈ, ਸਾਨੂੰ ਰੁਲਦਿਆਂ ਨੂੰ ਚੁੱਕਣ ਦੇ ਲਈ। ਇਹ ਮੇਰੇ ਪਿਤਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਸਾਰਿਆਂ ਨੂੰ, ਸਰੋਤਿਆਂ ਨੂੰ, ਜਿੰਨੇ ਵੀ ਸਰੋਤੇ ਸੁਣਨ ਵਾਲੇ ਆ, ਪ੍ਰਭੂ ਦੇ ਜਨਮ ਦੀ ਬਹੁਤ ਬਹੁਤ ਮੁਬਾਰਕ, ਇਸ ਕ੍ਰਿਸਮਸ ਦੀ ਬਹੁਤ ਬਹੁਤ ਮੁਬਾਰਕ ਹੋਵੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਜਨਮ ਦਿਨ ਦੀ ਬਹੁਤ ਬਹੁਤ ਹੀ ਮੁਬਾਰਕਾਂ ਹੋਣ, ਪ੍ਰਭੂ ਦੇ ਆਗਮਨ ਦੀ ਬਹੁਤ ਬਹੁਤ ਹੀ ਮੁਬਾਰਕ ਹੋਵੇ। ਇਸ ਕ੍ਰਿਸਮਸ ਦੀ, ਇਸ ਜਿਨ੍ਹਾਂ ਨੇ ਪਿਛਲੇ ਸਾਲ ਵਿੱਚ ਦੁੱਖਾਂ ਦਾ ਸਾਹਮਣਾ ਕੀਤਾ, ਇਸ ਸਾਲ ਦੇ ਵਿੱਚ ਉਹਨਾਂ ਨੂੰ ਪ੍ਰਭੂ ਮਿਹਰ ਕਰੇ ਅਤੇ ਹਰ ਇੱਕ ਤਰ੍ਹਾਂ ਦਾ ਸੁੱਖ ਬਖਸ਼ੇ, ਦਇਆ ਕਰੇ। ਧੰਨਵਾਦ ਪ੍ਰਭੂ ਜੀ, ਤੇਰਾ ਧੰਨਵਾਦ, ਤੇਰਾ ਧੰਨਵਾਦ। ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਸਰਬੱਤ ਦਾ ਭਲਾ ਮੰਗਦੇ ਹਾਂ ਅਤੇ ਸਰਬੱਤ ਨੂੰ ਵਧਾਈ ਦਿੰਦੇ ਹਾਂ ਯਿਸੂ ਨਾਸੀ ਦੇ ਨਾਮ ਦੇ ਵਿੱਚ। ਆਮੀਨ, ਆਮੀਨ।